ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਇਨਸਾਈਟਸ ਵਿਦ ਵਿਸ਼ਾਲ ਸੂਦ। ਇਸ ਪ੍ਰੋਗਰਾਮ 'ਚ ਅਸੀਂ ਚਰਚਾ ਕਰਦੇ ਹਾਂ ਦੇਸ਼, ਦੁਨੀਆ ਤੇ ਪੰਜਾਬ ਦੇ तमाम ਜ਼ਰੂਰੀ ਮੁੱਦਿਆਂ ਦੀ ਤੇ ਜਾਣਦੇ ਹਾਂ ਉਹ ਮੁੱਦੇ ਸਾਨੂੰ ਪ੍ਰਭਾਵਿਤ ਕਿਵੇਂ ਕਰਦੇ ਨੇ। ਤੇ ਇਹਦੇ ਲਈ ਸਾਡੇ ਨਾਲ ਮੌਜੂਦ ਹੁੰਦੇ ਨੇ ਵਿਸ਼ਾਲ ਸੂਦ ਜੀ। ਵੈਲਕਮ ਸਰ। ਥੈਂਕ ਯੂ ਅਮਨ। ਸਰ, ਪੰਜਾਬ ਦੇ ਵਿੱਚ ਕਰਪਸ਼ਨ ਦਾ ਇੰਨੀ ਗੱਲਬਾਤ ਹੋਈ ਕਿ ਆਸ਼ੂ ਜੀ ਹੈ, ਭਾਰਤ ਭੂਸ਼ਣ ਆਸ਼ੂ, ਜੋ ਮੰਤਰੀ ਰਹੇ ਹੈ ਪਿਛਲੀ ਸਰਕਾਰ ਦੇ ਵਿੱਚ, ਉਹਨਾਂ ਨੂੰ ਕੱਲ੍ਹ ਅਰੈਸਟ ਕੀਤਾ ਗਿਆ। ਹਾਲਾਂਕਿ ਉਹ ਪਹਿਲਾਂ ਵੀ ਕਹਿੰਦੇ ਰਹੇ ਕਿ ਮੇਰੇ ਤੋਂ ਜੋ ਵੀ ਇਨਵੈਸਟੀਗੇਸ਼ਨ ਕਰਨੀ ਹੋਈ ਤੁਸੀਂ ਮੈਨੂੰ ਬੁਲਾਇਓ ਤੇ ਮੈਂ ਆ ਜਾਊਂਗਾ, ਤੇ ਉਹਨਾਂ ਨੂੰ ਬੁਲਾਇਆ ਨਹੀਂ ਗਿਆ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਨਹੀਂ ਉੱਤੇ ਦੇਖੋ ਉਹਨਾਂ ਦਾ ਬੜਾਪਨ ਹੈ। ਉਹ ਕਹਿੰਦੇ ਜੀ ਮੈਨੂੰ ਬੁਲਾਇਓ ਤੇ ਫਿਰ ਗੱਲਬਾਤ ਕਰ ਲਾਂਗੇ ਜੀ। ਵੈਸੇ ਤੇ ਵਿਜੀਲੈਂਸ ਆਫੀਸਰ ਨੂੰ ਉਹਨਾਂ ਦੇ ਘਰ ਜਾਣਾ ਚਾਹੀਦਾ ਜੀ, ਰਾਈਟ, ਨਾਲ ਕੋਈ ਮਿਠਾਈ ਵੀ ਲੈ ਕੇ ਜਾਣ। ਦੇਖੋ ਮੈਂ ਅੱਜ ਦੱਸਾਂ ਕਿ ਟਾਈਮ ਕੀ ਆ ਗਿਆ, ਜਿਹੜਾ ਕਰਪਟ ਹੈ ਉਹ ਵਿਕਟਿਮ ਕਾਰਡ ਪਲੇ ਕਰਦਾ ਪਿਆ। ਉਹ ਆਪਣੀ ਜੈਨਰੋਸਿਟੀ ਦੇਖੋ, ਇੱਕ ਕਾਈਂਡ ਆਫ ਬੜੀ ਇੰਪੋਰਟੈਂਟ ਇਸ ਵੇਲੇ ਸਿਚੁਏਸ਼ਨ ਚੱਲ ਰਹੀ ਹੈ ਕਿ ਜਿਹਦੇ ਉੱਤੇ ਵੀ ਕੋਈ ਵੀ ਕਰਪਸ਼ਨ ਚਾਰजेस ਲੱਗਦੇ ਨੇ ਉਹ ਪੋਲੀਟੀਕਲ ਵੈਂਡੇਟਾ ਕਹਿ ਕੇ ਉਹ ਤੋਂ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕਰਦੇ ਪਏ ਨੇ ਜਾਂ ਵਿਕਟਿਮ ਕਾਰਡ ਪਲੇ ਕਰਦੇ ਪਏ ਨੇ। ਇਹ ਬੜੀ ਡੇਂਜਰਸ ਸਿਚੁਏਸ਼ਨ ਹੈ। ਇਹਦੇ ਨਾਲ ਕੀ ਹੋਏਗਾ ਕਿ ਸਾਡੀ ਜਨਤਾ ਦਾ ਸਾਡੇ ਦੇਸ਼ ਦੇ ਇੰਸਟੀਟਿਊਸ਼ਨ ਤੋਂ ਭਰੋਸਾ ਉੱਠ ਜਾਏਗਾ। ਜਦੋਂ ਬਾਰ-ਬਾਰ ਹਰ ਕੋਈ ਇੱਕ ਪਾਰਟੀ, ਉਹ ਹੀ ਪਾਰਟੀ ਇੱਕ ਪਾਸੇ ਵਿਕਟਿਮ ਬਣੀ ਹੋਈ ਹੈ ਤੇ ਇੱਕ ਪਾਸੇ ਉਹ ਕਹਿ ਰਹੀ ਹੈ ਜੀ ਫਿਰ ਇਨਵੈਸਟੀਗੇਸ਼ਨ ਹੈ। ਮੈਨੂੰ ਇਹ ਲੱਗਦਾ ਹੈ ਕਿ ਭਾਈ ਜਿੰਨੇ ਵੀ ਕਰਪਟ, ਹੁਣ ਕਾਂਗਰਸ ਨੇ ਵਿਜੀਲੈਂਸ ਡਿਪਾਰਟਮੈਂਟ ਦੇ ਬਾਹਰ ਜਾ ਕੇ ਧਰਨਾ ਵੀ ਦਿੱਤਾ ਜੀ। ਹਾਲਾਂਕਿ ਵਿਜੀਲੈਂਸ ਡਿਪਾਰਟਮੈਂਟ ਨੇ ਗੱਲ ਨਹੀਂ ਸੁਣੀ ਜੀ। ਦੇਖੋ ਇਹ ਜਿਹੜਾ ਇਸ ਵੇਲੇ ਤੁਸੀਂ ਵਿਕਟਿਮ ਕਾਰਡ ਪਲੇ ਕਰ ਰਹੇ ਹੋ, ਲੋਕਾਂ ਦੀ ਸਿੰਪਥੀ ਲੈਣਾ ਸ਼ੁਰੂ ਕਰ ਰਹੇ ਹੋ, ਮੈਨੂੰ ਲੱਗਦਾ ਕਿ ਇਸ ਵੇਲੇ ਇੱਕ ਇੰਪੋਰਟੈਂਟ ਪੁਆਇੰਟ ਚੱਲਦਾ ਪਿਆ ਸਾਡੇ ਦੇਸ਼ ਦੀ ਜਿਹੜਾ ਪੋਲੀਟੀਕਲ ਹਿਸਟਰੀ 'ਚ ਜੀ। ਜਿਹੜੀ ਵੀ ਪਾਰਟੀ ਆ, ਭਾਵੇਂ ਸੈਂਟਰ ਤੇ ਮੈਂ ਭਾਵੇਂ ਪੰਜਾਬ ਦੀ ਗੱਲ ਕਰਾਂ, ਦੇ ਹੈਵ ਡਿਸਾਈਡਡ ਕਿ ਜਿਹੜੇ ਕਰਪਟ ਨੇ ਉਹਨਾਂ ਤੇ ਕੇਸਿਸ ਬਣਨਗੇ। ਕੇਸਿਸ ਦਾ ਲੋਕੀ ਦਿਖਾਉਂਦੇ ਨੇ ਜੀ ਕੇਸਿਸ ਦਾ ਨੰਬਰ ਬਹੁਤ ਵੱਧ ਗਿਆ। ਪਹਿਲਾਂ ਜੀ ਕਰਪਟ ਨੂੰ ਕੋਈ ਫੜਦਾ ਹੀ ਨਹੀਂ ਸੀ, ਹੁਣ ਆਪਣੇ ਆਪ ਕਰਪਟ ਦੇ ਕੇਸਿਸ ਵਧਨੇ ਨੇ, ਕਰਪਸ਼ਨ ਦੇ ਜਿਹੜੇ ਕੇਸਿਸ ਪੈਂਦੇ ਪਏ ਨੇ ਉਹ ਵਧਨੇ ਨੇ ਜੀ। ਹੁਣ ਇੰਪੋਰਟੈਂਟ ਗੱਲ ਇਹਨਾਂ ਦੋਨੋਂ ਗਵਰਨਮੈਂਟਸ ਦੀ ਜ਼ਿੰਮੇਵਾਰੀ ਹੈ ਵਾ ਕਿ ਇਹਨਾਂ ਨੂੰ ਸਿਰੇ ਤੱਕ ਪਹੁੰਚਾਉਣ ਵਿਦ ਪ੍ਰੂਫ, ਕੋਰਟ ਦੇ ਵਿੱਚੋਂ ਡਿਸੀਜਨ ਲੈਣ ਜੀ। ਹੁਣ ਕੋਰਟ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿਉਂਕਿ ਇਸ ਵੇਲੇ ਪੂਰੇ ਸਾਡੇ ਦੇਸ਼ ਦੇ ਜਿਹੜੇ ਕੀ ਕਹਿੰਦਾ ਉਹਨੂੰ ਡੈਮੋਕ੍ਰੈਟਿਕ ਜਿਹੜੇ ਇੰਸਟੀਚਿਊਟ ਨੇ, ਭਾਵੇਂ CBI ਹੈ, ED ਹੈ, ਜੇ ਵੀ ਏਜੰਸੀਜ਼ ਨੇ, ਉਹਨਾਂ ਤੇ ਭਰੋਸਾ ਤਾਂ ਹੀ ਹੋ ਰਹੇਗਾ। ਕੋਰਟ ਵੀ ਉਹਨਾਂ ਜਿਹੜੇ ਪੋਲੀਟੀਕਲ ਕੇਸਿਸ ਨੇ ਇਹਨਾਂ ਦਾ ਡਿਸੀਜਨ ਅਗਲੇ 6 ਮਹੀਨੇ ਤੋਂ 1 ਸਾਲ ਦੇ ਅੰਦਰ ਕਰਨ, ਫਾਸਟ ਐਗਜ਼ੀਕਿਊਸ਼ਨ ਹੋਵੇ, ਫਾਸਟ ਜਸਟਿਸ ਮਿਲੇ। ਉਹਦੇ ਨਾਲ ਕੀ ਹੋਏਗਾ, ਕਲੈਰਿਟੀ ਆ ਜਾਏਗੀ ਕਿ ਇੱਕ ਬੰਦਾ ਗੁਨਾਹਗਾਰ ਹੈ ਜਾਂ ਬੇਕਸੂਰ ਹੈ, ਪੋਲੀਟੀਕਲ ਵੈਂਡੇਟਾ ਸੀ ਜਾਂ ਵਾਕਈ ਜੈਨੂਇਨ ਕੇਸਿਸ ਬਣਦੇ ਸੀ। ਇਹ ਕਲੈਰਿਟੀ ਇਸ ਵੇਲੇ ਸਾਡੇ ਦੇਸ਼ ਦੀ ਜਨਤਾ ਨੂੰ ਦੇਣਾ ਗਵਰਨਮੈਂਟਸ ਦੀ ਰਿਸਪੌਂਸਿਬਿਲਿਟੀ ਆ। ਜੇ ਪੰਜਾਬ ਗਵਰਨਮੈਂਟ ਨੇ ਇਹਨਾਂ ਲੋਕਾਂ ਤੇ ਕੇਸ ਬਣਾਇਆ, ਵਿਜੀਲੈਂਸ ਡਿਪਾਰਟਮੈਂਟ ਨੇ ਇਮੀਡੀਏਟਲੀ ਵਿਦ ਪ੍ਰੂਫ, ਆਫ ਕੋਰਸ ਸਰਟਨ ਸਾਊਂਡ ਗਰਾਊਂਡਸ ਹੋਣਗੀਆਂ ਜਿਹਦੇ ਕਾਰਨ ਉਹਨਾਂ ਨੇ ਅਰੈਸਟ ਕੀਤੀ ਆ, ਰਾਈਟ। ਤੇ ਹੁਣ ਜੇ ਏਜੰਸੀਜ਼ ਇਨਵੈਸਟਿਗ, ਪਹਿਲਾਂ ਸਾਰਾ ਹਮੇਸ਼ਾ ਸਾਡੀ ਇਹ ਸ਼ਿਕਾਇਤ ਹੁੰਦੀ ਸੀ ਏਜੰਸੀਜ਼ ਕਰਦੀਆਂ ਹੀ ਨਹੀਂ ਕੁਝ, ਵੱਡੇ ਲੋਕਾਂ ਨੂੰ ਫੜਦੀਆਂ ਨਹੀਂ, ਪੋਲੀਟੀਸ਼ੀਅਨ ਦੇ ਉੱਤੇ ਕੋਈ ਕੇਸ ਨਹੀਂ ਬਣਦਾ। ਜੇ ਇੱਕ ਅੱਧੇ ਤੇ ਬਣਦਾ ਸੀ ਉਹ ਕਹਿੰਦਾ ਜੀ ਮੇਰੇ ਤੋਂ ਤੇ ਸ਼ਰੀਫ ਆਦਮੀ ਕੋਈ ਨਹੀਂ ਆ, ਜਾਂ ਜਿਹੜੀ ਮੇਰੀ ਰੇਂਜ ਰੋਵਰ ਖੜੀ ਆ, ਜਿਹੜਾ 2 ਕਿੱਲੇ 'ਚ ਮੇਰਾ ਕਿਆ ਘਰ ਹੈ, ਇਹ ਤੇ ਮਿਹਨਤ ਨਾਲ ਬਣਿਆ ਹੈ ਨਾ, ਖੂਨ ਪਸੀਨੇ ਦੀ ਕਮਾਈ ਆ, ਇਹ ਤੇ ਮੇਰੇ ਤੇ ਐਵੇਂ ਵੈਂਡੇਟਾ ਪੈ ਹੋ ਗਿਆ। ਸਵਿਸ ਅਕਾਊਂਟਸ ਵਗੈਰਾ ਤੇ ਦੇਖੋ ਜੀ ਨੈਚੁਰਲ ਹੈ, ਬਣ ਹੀ ਜਾਂਦੇ ਨੇ। ਜੇ ਤੁਸੀਂ ਇੰਨੇ ਇੰਟੈਲੀਜੈਂਟ ਹੋ ਤੇ ਬਣ ਹੀ ਜਾਂਦੇ ਨੇ, ਤੇ ਸਾਡੇ ਨੇਤਾ ਘੱਟ ਇੰਟੈਲੀਜੈਂਟ ਥੋੜਾ ਨੇ ਜੀ। ਤੇ ਮੈਨੂੰ ਇਹ ਲੱਗਦਾ ਕਿ ਇਸ ਵੇਲੇ ਜਨਤਾ ਨੂੰ ਵੀ ਆਪਣੀਆਂ ਏਜੰਸੀਜ਼ ਤੇ ਆਪਣੀ ਗਵਰਨਮੈਂਟਸ ਦੇ ਉੱਤੇ ਇੱਕ ਭਰੋਸਾ ਰੱਖਣਾ ਚਾਹੀਦਾ। ਜਿਹੜਾ ਫੜਿਆ ਜਾਏਗਾ ਉਹ ਕਹੇਗਾ ਜੀ ਮੈਂ ਤੇ ਬੇਕਸੂਰ ਹਾਂ, ਮੇਰੇ ਤੇ ਪੋਲੀਟੀਕਲ ਐਕਸ਼ਨ ਹੈ ਜੀ, ਹੈ ਨਾ। ਸਾਊਂਡ ਗਰਾਊਂਡਸ ਹੁੰਦੀਆਂ ਨੇ, ਕੁਛ ਨਾ ਕੁਛ ਰੀਜ਼ਨ ਹੁੰਦੇ ਨੇ। ਕੋਈ ਵੀ ਬੰਦਾ ਇਸ ਵੇਲੇ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਕਰਪਸ਼ਨ ਨਾਲ ਨਹੀਂ ਹੋਈਆਂ ਜੀ। ਭਾਵੇਂ ਮੈਂ ਪੁਰਾਣੀਆਂ ਪੰਜਾਬ ਗਵਰਨਮੈਂਟਸ ਦੀ ਗੱਲ ਕਰਾਂ ਜਾਂ ਹਜੇ ਵੀ ਕਰਪਸ਼ਨ ਤੇ ਹੈਗੀ ਆ, ਉਹ ਕਰਪਸ਼ਨ ਕਿਸ ਲੈਵਲ ਤੇ ਹੈ ਉਹਨੂੰ ਹੌਲੀ ਹੌਲੀ ਘਟਾਉਣਾ ਪਏਗਾ ਜੀ। ਇੱਕੋ ਦਿਨ 'ਚ ਜੋ ਸਾਡੇ, ਮੈਂ ਕਹਿੰਦਾ ਕਿ ਸਾਡੇ ਪੂਰੀ ਸੁਸਾਇਟੀ ਦੇ DNA 'ਚ ਜੋ ਕਰਪਸ਼ਨ ਬੜੀ ਹੋਈ ਹੈ ਉਹ ਹੌਲੀ ਹੌਲੀ ਜਾਏਗੀ। ਬਿਲਕੁਲ। ਕਿਹੜਾ ਇਨਸਾਨ ਹੈ ਅੱਜ ਜਿਹੜਾ ਸੜਕ ਤੇ ਜਾਂਦਾ ਹੈ ਉਹਨੂੰ ਪੁਲਿਸ ਵਾਲੇ ਫੜ ਲੈਂਦੇ ਨੇ, ਉਹ ਆਪ ਹੀ ਆਫਰ ਕਰ ਦਿੰਦਾ ਜੀ। ਮਤਲਬ ਕਰਪਸ਼ਨ ਤਾਂ ਸਾਡੇ ਅੰਦਰ ਵੀ ਬੜੀ ਹੋਈ ਹੈ। ਬਿਲਕੁਲ। ਤੇ ਇਹਦਾ ਮਤਲਬ ਹੈ ਕਿ ਹੁਣ ਜਦੋਂ ਸਟਰੋਂਗ ਐਕਸ਼ਨ, ਟੌਪ ਦੇ ਉੱਤੇ ਜਦੋਂ ਐਕਸ਼ਨ ਹੋਣਗੇ, ਹੌਲੀ ਹੌਲੀ ਥੱਲੇ ਵੀ ਕਰਪਸ਼ਨ ਘਟੇਗੀ ਤੇ ਗਵਰਨਮੈਂਟ ਦਾ ਫੋਕਸ ਹੋਣਾ ਚਾਹੀਦਾ ਕਿ ਇੱਕ ਵਾਰੀ ਟੌਪ ਲੈਵਲ ਤੋਂ ਕਰਪਸ਼ਨ ਖਤਮ ਕਰਨ ਥਰੂ ਥੀਸ ਏਜੰਸੀਜ਼, ਤੇ ਉਸ ਤੋਂ ਬਾਅਦ ਹੌਲੀ ਹੌਲੀ ਥੱਲੇ ਵੀ ਉਹ ਨਕੇਲ ਕਸਣੀ ਸ਼ੁਰੂ ਕਰਨ ਜੀ। ਭਾਵੇਂ ਛੋਟੇ ਆਫੀਸਰ ਨੇ, ਭਾਵੇਂ ਵੱਡੇ ਆਫੀਸਰਸ ਨੇ, ਉਹਨਾਂ ਦੇ ਉੱਤੇ ਵੀ ਸਟਰੋਂਗ ਐਕਸ਼ਨ ਹੋਣੇ ਜ਼ਰੂਰੀ ਨੇ ਤਾਂ ਕਿ ਉਹਨਾਂ ਦੇ ਵਿੱਚ ਡਰ ਹੋਵੇ, ਰਾਈਟ। ਜੇ ਇੱਕ ਬੰਦਾ ਜਦੋਂ ਫੜਿਆ ਜਾਂਦਾ ਹੈ, ਆਪਣੇ ਆਪ ਵੀ ਲੋਕੀ ਸੁਚੇਤ ਹੋ ਜਾਂਦੇ ਨੇ, ਇਮਾਨਦਾਰੀ ਨਾਲ ਕੰਮ ਕਰਨਾ ਸ਼ੁਰੂ ਕਰਦੇ ਨੇ। ਤੇ ਆਈ ਹੋਪ ਕਿ ਇਹ ਸਾਰੀਆਂ ਚੀਜ਼ਾਂ ਫॉर ਦੀ ਸੇਕ ਆਫ ਡੈਮੋਕ੍ਰੇਸੀ, ਫॉर ਦੀ ਸੇਕ ਆਫ ਆਰ ਨੇਸ਼ਨ, ਆਈ ਹੋਪ ਕਿ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਉਹ ਇਮਾਨਦਾਰੀ ਨਾਲ ਕੰਮ ਕਰਦੀਆਂ ਪਈਆਂ ਤੇ ਵਾਕਈ ਜੈਨੂਇਨ ਕੇਸ ਨੇ। ਤੇ ਐਂਡ ਵਿੱਚ ਅਗੇਨ ਨਾ ਇੱਕ ਕਹਾਵਤ ਬੜੀ ਚੱਲਦੀ ਸੀ ਪਹਿਲਾਂ, ਮੈਂ ਫਿਲਮ 'ਚ ਵੀ ਸੁਣੀ ਸੀ ਕਿ ਰਿਸ਼ਵਤ ਲੈਤੇ ਪਕੜੇ ਜਾਓ ਤਾਂ ਰਿਸ਼ਵਤ ਦੇ ਕੇ ਛੂਟ ਜਾਓ ਜੀ। ਅਨਫੋਰਚੂਨੇਟਲੀ ਐ ਨਾ ਹੋਵੇ
ਐਤਕੀ ਏਜੰਸੀਆਂ ਇਹਨਾਂ ਦੇ ਉੱਤੇ ਨਾ ਇੱਕ ਰਿਸਪੌਂਸਿਬਿਲਿਟੀ ਹੈ ਫॉर ਆਰ ਫਿਊਚਰ ਜਨਰੇਸ਼ਨਸ ਕਿ ਪੂਰੀਆਂ ਏਜੰਸੀਆਂ ਦੇ ਉੱਤੇ, ਸਾਡੇ ਡੈਮੋਕ੍ਰੈਟਿਕ ਪ੍ਰੋਸੈਸ ਦੇ ਉੱਤੇ, ਸਾਡੀਆਂ ਗਵਰਨਮੈਂਟਸ ਦੇ ਉੱਤੇ, CBI ਦੇ ਉੱਤੇ, ED ਦੇ ਉੱਤੇ, ਵਿਜੀਲੈਂਸ ਡਿਪਾਰਟਮੈਂਟਸ ਦੇ ਉੱਤੇ ਸਾਡੇ ਯੂਥ ਦਾ ਭਰੋਸਾ ਨਾ ਉੱਠੇ। ਉਹਨਾਂ ਨੂੰ ਲੱਗੇ ਇੱਥੇ ਇਨਸਾਫ ਹੁੰਦਾ, ਇੱਥੇ ਜੇ ਵੱਡਾ ਆਦਮੀ ਵੀ ਕੰਮ ਗਲਤ ਕਰਦਾ ਹੈ ਅਲਟੀਮੇਟਲੀ ਦੇ ਆਰ ਅਨਸਰੇਬਲ ਤੇ ਉਹ ਜੇਲ੍ਹਾਂ 'ਚ ਜਾਂਦੇ ਨੇ। ਇਹ ਉਮੀਦ ਹਰ ਯੂਥ, ਹਰ ਇੰਡੀਅਨ ਇਸ ਵੇਲੇ ਸਾਡੀਆਂ ਏਜੰਸੀਆਂ ਤੋਂ ਰੱਖਦਾ ਪਿਆ ਤੇ ਉਹਦੇ ਵਿੱਚ ਇਹਨਾਂ ਦਾ ਸਾਥ ਕੋਰਟ ਨੂੰ ਵੀ ਦੇਣਾ ਪਏਗਾ। ਸਾਥ ਦਾ ਮਤਲਬ ਇਹ ਨਹੀਂ ਹੈ ਕਿ ਇਹਨਾਂ ਨੂੰ ਜ਼ਬਰਦਸਤੀ ਸਜ਼ਾ ਦੇਣੀ ਹੈ। ਇਹਦਾ ਮਤਲਬ ਇਹ ਵਾ ਕਿ ਜਿਹੜੇ ਵੀ ਇਹੋ ਜਿਹੇ ਕੇਸਿਸ ਨੇ ਜਿਨ੍ਹਾਂ ਦੇ ਕਾਰਨ ਸਾਡੀਆਂ ਏਜੰਸੀਆਂ ਦੀ ਕ੍ਰੈਡੀਬਿਲਿਟੀ ਦੇ ਉੱਤੇ ਕੁਐਸਚਨ ਨੇ, ਜਿਹੜੇ ਪੋਲੀਟੀਕਲ ਪਾਰਟੀਆਂ ਦੇ ਜਾਂ ਪੋਲੀਟੀਕਲ ਲੋਕਾਂ ਦੇ ਉੱਤੇ ਕੇਸ ਨੇ, ਕਿਸੇ ਵੀ ਪਾਰਟੀ ਦੇ ਹੋਣ, BJP ਦੇ ਹੋਣ, ਆਮ ਆਦਮੀ ਪਾਰਟੀ ਦੇ ਹੋਣ, ਕਾਂਗਰਸ ਦੇ ਹੋਣ, ਛੇਤੀ ਤੋਂ ਛੇਤੀ ਉਹਦੀਆਂ ਹੀਅਰਿੰਗ ਕੀਤੀ ਜਾਵੇ, ਇੱਕ ਸਪੈਸ਼ਲ ਕੋਰਟਸ ਬਣਾਏ ਜਾਣ ਤੇ ਉਹਨਾਂ ਉੱਤੇ ਡਿਸੀਜਨ ਲਿੱਤੇ ਜਾਣ ਤੇ ਉਹ ਟਰਾਂਸਪੇਰੈਂਟ ਹੋਵੇ ਸਿਸਟਮ ਕਿ ਕੀ ਮਤਲਬ ਪਬਲਿਕ ਦੇ ਵਿੱਚ ਹੋਵੇ ਕਿ ਕੀ ਪੇਸ਼ ਕੀਤਾ ਪਿਆ, ਉਹਦੇ ਬੇਸਿਸ ਤੇ ਕੀ ਆ। ਇੱਕ ਇਹ 'ਚ ਟਰਾਂਸਪੇਰੈਂਸੀ ਲਿਆਉਣ ਦੀ ਲੋੜ ਹੈ। ਬਿਲਕੁਲ ਸਰ ਇੱਕ ਹੋਰ ਖਬਰ ਆਈ ਆ ਬਾਰਡਰ ਤੋਂ ਕਿ ਉੱਥੇ ਵੈਪਨ ਫੜੇ ਗਏ ਆ ਔਰ ਉਹਦੇ ਵਿੱਚ AK ਸੀਰੀਜ਼ ਦੀਆਂ ਰਾਈਫਲਸ ਵੀ ਹੈ ਤੇ ਹੋਰ ਵੀ ਪਿਸਟਲਸ ਵੀ ਆ ਔਰ ਜ਼ਿੰਦਾ ਕਾਰਤੂਸ ਵੀ ਹੈ। ਤੇ ਕੀ ਮੰਨਿਆ ਜਾਏ ਕਿ ਪਾਕਿਸਤਾਨ ਤੋਂ ਜਿਹੜੀ ਵੀ ਕਾਰਵਾਈ ਹੋ ਰਹੀ ਹੈ ਉਹ ਬਹੁਤ ਅਗਰੈਸਿਵ ਹੋ ਰਹੇ ਆ ਹੁਣ, ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਅਨਰੈਸਟ ਕ੍ਰੀਏਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਹੁਣ ਦੁਬਾਰਾ ਕੋਸ਼ਿਸ਼ਾਂ ਜਾਰੀ ਕੀਤੀਆਂ। ਦੇਖੋ ਰਫਲੀ ਤੁਸੀਂ ਸਮਝ ਲਓ ਕਿ 2020 ਤੋਂ ਕਈ ਇੰਟਰਨੈਸ਼ਨਲ ਏਜੰਸੀਆਂ ਜਿਹੜੀ ਐਂਟੀ ਇੰਡੀਆ ਨੇ, ਐਂਟੀ ਪੰਜਾਬ ਨੇ, ਉਹਨਾਂ ਨੂੰ ਇੱਕ ਓਪਰਚੁਨਿਟੀ ਨਜ਼ਰ ਆਈ ਜੀ ਥਰੂ ਫਾਰਮਰ ਪ੍ਰੋਟੈਸਟ, ਥਰੂ ਆਲਰੇਡੀ ਉਹਨਾਂ ਨੇ ਇੱਕ ਆਪਣਾ ਬੇਸ ਬਣਾ ਲਿਆ ਸੀ। ਸੈਕੰਡਲੀ ਕੀ ਹੋਇਆ, ਕੈਨੇਡਾ ਦੇ ਵਿੱਚ ISI ਦੇ ਜਿਹੜੇ ਲੋਕੀ ਪਹਿਲਾਂ ਇੰਗਲੈਂਡ 'ਚ ਜਾਂਦੇ ਸੀ, ਪਹਿਲਾਂ ਕਹਿੰਦੇ ਸੀ ਨਾ ਜਦੋਂ ਪਾਕਿਸਤਾਨ ਨੂੰ ਕੋਈ, ਕਿਉਂਕਿ ਪਾਕਿਸਤਾਨ ਚੱਲਦਾ ਤੇ ਡੋਨੇਸ਼ਨ ਤੇ ਇੰਟਰਨੈਸ਼ਨਲ ਫੰਡਸ ਦੀ ਡੋਨੇਸ਼ਨ ਤੇ ਚੱਲਦਾ ਹੈ। ਜਦੋਂ ਪਾਕਿਸਤਾਨ ਨੂੰ ਕੋਈ ਵੀ ਡੋਨੇਸ਼ਨ ਜਾਂ ਮੋਨੇਟਰੀ ਹੈਲਪ ਮਿਲਦੀ ਆ, ਪਹਿਲਾਂ ਕਹਿੰਦੇ ਸੀ ਇੰਗਲੈਂਡ 'ਚ ਪ੍ਰਾਪਰਟੀ ਦੇ ਪ੍ਰਾਈਸ ਵੱਧ ਜਾਂਦੇ ਨੇ। ਮਤਲਬ ਇਹ ਵਾ ਕਿ ਜਿਹੜੇ ਪਾਕਿਸਤਾਨ ਦੇ ਜਨਰਲ ਪੋਲੀਟੀਸ਼ੀਅਨ ਉਹ ਪੈਸਾ ਆਪਣੀ ਜੇਬ 'ਚ ਪਾਉਂਦੇ ਨੇ, ਉਹਦੇ ਤੇ ਪ੍ਰਾਪਰਟੀਆਂ ਬਣਾਉਂਦੇ ਨੇ। ਹੁਣ ਪਿਛਲੇ ਕੁਝ ਟਾਈਮ ਤੋਂ ਉਹਨਾਂ ਨੇ ਕੈਨੇਡਾ ਜਾਣਾ ਸ਼ੁਰੂ ਕਰਤਾ, ਉਹਨਾਂ ਨੇ ਉੱਥੋਂ ਡਰੱਗ ਟ੍ਰੇਡਸ 'ਚ ਇਨਵੋਲਵ ਹੋਣੇ ਸ਼ੁਰੂ ਹੋ ਗਏ। ਦੇਖੋ ਕਰੈਕਟਰ ਤੇ ਉਹਨਾਂ ਦਾ ਐਫ ਹੀ ਆ, ਉਹਨਾਂ ਨੇ ਆਪਣਾ ਪੂਰਾ ਦੇਸ਼ ਬਰਬਾਦ ਕਰਤਾ ਐਂਡ ਦੇ ਹੈਵ ਦਿਸ ਹਿਸਟੋਰੀਕਲ ਐਨੀਮਿਟੀ ਅਗੇਂਸਟ ਇੰਡੀਆ ਤੇ ਸਪੈਸ਼ਲੀ ਫੋਕਸਿੰਗ ਔਨ ਪੰਜਾਬ। ਉਹਨਾਂ ਨੇ ਉੱਥੋਂ ਥਰੂ ਪੰਜਾਬ ਦੇ ਜਿਹੜੇ ਸੈਪਰੇਟਿਸਟ ਐਲੀਮੈਂਟ ਨੇ ਜਾਂ ਜਿਹੜੇ ਗੈਂਗਸਟਰ ਗਰੁੱਪਸ ਨੇ, ਉਹਨਾਂ ਨੂੰ ਇਨਕਰੇਜ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਫੰਡ ਕਰਨਾ ਸ਼ੁਰੂ ਕੀਤਾ। ਤੇ ਹੁਣ ਇਸ ਚੀਜ਼ ਤੇ ਭਾਰਤ ਸਰਕਾਰ ਦੀ ਵੀ ਨਜ਼ਰ ਪੈ ਗਈ ਹੈ ਤੇ ਪੰਜਾਬ ਸਰਕਾਰ ਦੀ ਵੀ ਨਜ਼ਰ ਪੈ ਗਈ ਹੈ। ਹੁਣ ਸਟਰੋਂਗਲੀ ਇਹਨਾਂ ਚੀਜ਼ਾਂ ਦੀ ਡਿਸਕਵਰੀ ਹੋਏਗੀ। ਦੇਖੋ ਇੱਕ ਤੇ ਹੈ ਕਿ ਤੁਸੀਂ ਕਿਸੇ ਵੀ ਪ੍ਰੋਬਲਮ ਨੂੰ ਅੰਡਰ ਦੀ ਕਾਰਪੇਟ ਰਹਿਣ ਦਿਓ, ਪਰ ਜਦੋਂ ਇਹ ਪ੍ਰੋਬਲਮ ਸੋਲਵ ਕਰਨਾ ਹੈ ਤਾਂ ਉਹਨੂੰ ਵੇਖਣਾ ਪੈਂਦਾ ਹੈ, ਉਹਨੂੰ ਹੌਸਲੇ ਨਾਲ ਵੇਖਣਾ ਪੈਂਦਾ ਤੇ ਫਿਰ ਇੱਕ ਵਾਰੀ ਤੁਹਾਨੂੰ ਰੈਡੀ ਹੋਣਾ ਪੈਂਦਾ ਹੈ। ਜੇ ਤੁਸੀਂ ਅੱਜ ਕਰਪਸ਼ਨ ਚਾਰजेस ਲੋਕਾਂ ਨੂੰ ਫੜਦੇ ਪਏ ਹੋ, ਇੱਕ ਵਾਰੀ ਤੁਹਾਡੇ ਤੇ ਵੀ ਕੁਐਸਚਨ ਆਣਗੇ ਜੀ ਤੁਸੀਂ ਵੈਂਡੇਟਾ, ਕਿਉਂਕਿ ਜਿਹੜਾ ਦੂਜਾ ਬੰਦਾ ਹੈ ਜਿਹੜਾ ਭਾਵੇਂ ਉਹ ਬੇਈਮਾਨ ਹੈ ਚੁੱਪਚਾਪ ਤੇ ਉਹ ਜਾਏਗਾ ਨਹੀਂ, ਹੈ ਨਾ, ਉਹਨਾਂ ਦੀ ਵੀ ਇੱਕ ਪੋਲੀਟੀਕਲ ਸਟਰੈਂਥ ਰਹੀ ਹੈ। ਇਸ ਤਰ੍ਹਾਂ ਹੀ ਜਿਹੜੇ ਤੁਹਾਡੇ ਦੇਸ਼ ਦੇ ਦੁਸ਼ਮਣ ਨੇ ਉਹ ਵੀ ਚੁੱਪਚਾਪ ਜਾਣਗੇ ਨਹੀਂ। ਤੁਹਾਨੂੰ ਇਹ ਪ੍ਰੋਬਲਮ ਨੂੰ ਫੇਸ ਕਰਨਾ ਪਏਗਾ, ਸਾਨੂੰ ਸਾਰਿਆਂ ਨੂੰ ਆਪਣੀ ਸਰਕਾਰਾਂ ਦਾ ਸਾਥ ਦੇਣਾ ਪਏਗਾ, ਸਿਕਿਉਰਿਟੀ ਏਜੰਸੀ ਦਾ ਸਾਥ ਦੇਣਾ ਪਏਗਾ ਤੇ ਇਹ ਇਸ ਵੇਲੇ ISI ਇੱਕ ਉਹਨਾਂ ਨੇ ਇਹ ਸਾਰਾ ਇੱਕ ਨੈਰੇਟਿਵ ਜਿਹਾ ਕ੍ਰੀਏਟ ਕਰਨਾ ਸ਼ੁਰੂ ਕੀਤਾ ਹੈ ਵਿਚ ਇਜ਼ ਸੈਪਰੇਟਿਸਟ, ਵਿਚ ਇਜ਼ ਐਂਟੀ ਪੰਜਾਬ, ਵਿਚ ਇਜ਼ ਐਂਟੀ ਇੰਡੀਆ। ਕਿਉਂਕਿ ਇੰਡੀਆ ਗਲੋਬਲੀ ਇਜ਼ ਬਿਕਮਿੰਗ ਅ ਪਾਵਰਫੁਲ ਨੇਸ਼ਨ। ਡਾਇਰੈਕਟਲੀ ਪਾਕਿਸਤਾਨ ਇੰਡੀਆ ਨਾਲ ਫਾਈਟ ਨਹੀਂ ਕਰ ਰਿਹਾ, ਨਾ ਹੀ ਚਾਈਨਾ ਕਰ ਰਿਹਾ। ਤੇ ਇਹ ਵੀ ਖਬਰ ਆ ਰਹੀ ਹੈ ਕਿ ਪਾਕਿਸਤਾਨ ਨੂੰ ਵੀ ਇਹ ਸਪੋਰਟ ਥਰੂ ਚਾਈਨਾ ਮਿਲਦੀ ਪਈ ਹੈ ਇਨਡਾਇਰੈਕਟਲੀ, ਬਿਕੋਜ਼ ਉਹਨਾਂ ਨੂੰ ਵੀ ਪਤਾ ਹੈ ਕਿ ਬਈ ਇੰਡੀਆ ਇਜ਼ ਦੀ ਮੇਜਰ ਚੈਲੰਜਰ ਫॉर them ਇਨ ਦਿਸ ਰੀਜਨ। ਤੇ ਇਹ ਸਾਰੀਆਂ ਚੀਜ਼ਾਂ ਇਸ ਵੇਲੇ ਇੱਕ ਨੈਰੇਟਿਵ ਬਣਾਇਆ ਜਾ ਰਿਹਾ ਹੈ ਜਿਹੜੀਆਂ ਐਂਟੀ ਇੰਡੀਆ ਏਜੰਸੀ, ਭਾਵੇਂ ISI ਲਾ ਲਓ, ਭਾਵੇਂ ਕੁਝ ਐਂਟੀ ਇੰਡੀਆ ਸੈਪਰੇਟਿਸਟ ਏਜੰਸੀਜ਼ ਤੁਸੀਂ ਜਿਹੜੀਆਂ ਕੈਨੇਡਾ ਬੇਸ ਨੇ, UK ਬੇਸ ਨੇ, ਉਹਨਾਂ ਨੂੰ ਲਾ ਲਓ। ਬਟ ਮੇਰਾ ਐਨਾਲਿਸਿਸ ਇਹ ਕਹਿੰਦਾ ਹੈ ਵਿਦ ਦੀ ਕਰੰਟ ਸਟਰੈਂਥ, ਦੀ ਕਰੰਟ ਰਿਸੋਰਸਿਸ ਦੈਟ ਵੀ ਹੈਵ ਐਟ ਆਰ ਜਿਹੜੀ ਸਾਡੀਆਂ ਏਜੰਸੀਜ਼ ਨੇ, ਸਿਕਿਉਰਿਟੀ ਏਜੰਸੀਜ਼ ਨੇ, ਉਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿ ਜੋ 80 'ਚ ਅਚੀਵ ਕਰ ਪਾਏ ਇਸ ਵੇਲੇ ਨਹੀਂ ਕਰ ਪਾਣਗੇ। ਸੈਕੰਡ ਚੀਜ਼ ਲੋਕਾਂ ਦੇ ਵਿੱਚ ਇੱਕ ਵਾਰ ਇਹ ਹੁਣ ਸਾਡੇ ਦੇਸ਼ ਦੇ ਲੋਕਾਂ ਦਾ ਇੱਕ ਇਕਨੋਮਿਕ ਮਾਈਂਡਸੈਟ ਬਣ ਗਿਆ। ਪੰਜਾਬ ਦੇ ਵਿੱਚ ਇਹਨੂੰ ਹੋਰ ਜ਼ਿਆਦਾ ਵਧਾਉਣ ਦੀ ਲੋੜ ਹੈ ਕਿ ਵੀ ਸ਼ੁੱਡ ਫੋਕਸ ਔਨ ਪ੍ਰੋਗਰੈਸ ਐਂਡ ਟੁਗੇਦਰਨੈਸ। ਥਰਡਲੀ ਜਿਹੜੀ ਵਿਲ ਪਾਵਰ ਹੈ ਸਾਡੀ ਗਵਰਨਮੈਂਟਸ ਦੀ ਟੁਵਰਡਸ ਇੰਟੀਗ੍ਰਿਟੀ ਆਫ ਦੀ ਨੇਸ਼ਨ, ਉਹ ਇਸ ਵੇਲੇ ਬਹੁਤ ਡਿਫਰੈਂਟ ਲੈਵਲ ਤੇ ਹੈ ਤੇ ਇਹੋ ਜਿਹੀ ਐਕਟੀਵਿਟੀਜ਼ ਟੋਲਰੇਟ ਨਹੀਂ ਹੋਣਗੀਆਂ ਤੇ ਕਾਫੀ ਇੰਪਾਵਰਮੈਂਟ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਉਹਨਾਂ ਦੀ ਹੋਈ ਹੈ। ਤੁਸੀਂ ਅੱਜ ਜਦੋਂ 8-10 ਸਾਲ ਪਹਿਲਾਂ ਜਦੋਂ ਆਪਾਂ ਖਬਰਾਂ ਸੁਣਦੇ ਸੀ, ਇਨਫੈਕਟ 7-7 ਸਾਲਾਂ ਪਹਿਲਾਂ ਵੀ, 6 ਸਾਲ ਪਹਿਲਾਂ ਵੀ, 5 ਸਾਲ ਪਹਿਲਾਂ ਵੀ ਕਿੰਨੀ ਖਬਰ ਆਉਂਦੀ ਸੀ ਬਾਰਡਰ ਦੇ ਉੱਤੇ ਗੋਲੀਬਾਰੀ ਹੋਈ, ਰਾਈਟ, 2 ਜਵਾਨ ਸ਼ਹੀਦ ਹੋ ਗਏ, ਫਿਰ ਸੀਜ਼ ਫਾਇਰ ਹੁੰਦਾ ਸੀ। ਉਹ ਗੋਲੀਬਾਰੀ ਕਿਉਂ ਕੀਤੀ ਜਾਂਦੀ ਸੀ? ਉਹ ਕਵਰ ਫਾਇਰ ਹੁੰਦਾ ਸੀ, ਰਾਈਟ, ਆਪਾਂ ਇੱਕ ਬੇਸਿਕਲੀ ਰਿਸਪੌਂਡ ਕਰਦੇ ਸੀ। ਪਰ ਪਿਛਲੇ ਕੁਝ ਟਾਈਮ ਤੋਂ ਇੰਡੀਅਨ ਆਰਮੀ ਨੂੰ, ਸਿਕਿਉਰਿਟੀ ਏਜੰਸੀ ਨੂੰ ਇੰਨਾ ਇੰਪਾਵਰ ਕੀਤਾ ਉਹ ਅਗਰੈਸਿਵਲੀ ਰਿਸਪੌਂਡ ਕਰਦੀਆਂ ਨੇ, ਉਹ ਵਾਪਸ ਜਾ ਕੇ ਉੱਥੇ ਹਮਲਾ ਕਰਕੇ ਆਉਂਦੀਆਂ ਨੇ। ਵੇਖੋ ਸਾਰੀਆਂ ਚੀਜ਼ਾਂ ਬੰਦ ਆ ਗਈਆਂ। ਬਿਲਕੁਲ ਕਿਸੇ ਵੀ ਇਹੋ ਜਿਹੇ ਮਿਸ ਐਡਵੈਂਚਰ ਨੂੰ
ਇੰਡੀਆ ਨੇ ਆਪਣੇ ਦੁਸ਼ਮਣਾਂ ਲਈ ਇੰਨਾ ਕਾਸਟਲੀ ਬਣਾਤਾ ਹੈ ਕਿ ਉਹਨਾਂ ਨੂੰ ਇਹ ਕਰਨ ਵੇਲੇ 100 ਵਾਰੀ ਸੋਚਣਾ ਪਏਗਾ ਜੀ। ਪੰਜਾਬ ਦੀਆਂ ਏਜੰਸੀਆਂ ਨੂੰ, ਪੰਜਾਬ ਦੀ ਪਬਲਿਕ ਨੂੰ ਇਸ ਵੇਲੇ ਥੋੜਾ ਸਤਰਕ ਲੈਣ ਦੀ ਲੋੜ ਹੈ ਜੀ। ਵੀ ਆਰ ਵੈਰੀ ਵੈਲ ਪਲੇਸਡ ਟੂ ਹੈਂਡਲ ਦਿਸ ਸਿਚੁਏਸ਼ਨ, ਪਰ ਸਭ ਤੋਂ ਇੰਪੋਰਟੈਂਟ ਰਿਸਕ ਹੁੰਦਾ ਹੈ ਸਾਡਾ ਆਪਣਾ ਮਾਈਂਡਸੈਟ ਜੀ। ਜੋ ਸਾਡੇ ਮਨ ਦੇ ਵਿੱਚ ਆਪਸ ਟਕਰਾਵ ਦੇ ਬੀਜ ਬੋ ਦੇਣਗੇ, ਸਾਨੂੰ ਇੱਕ ਦੂਜੇ ਦੇ ਖਿਲਾਫ ਖੜਾ ਕਰ ਦੇਣਗੇ, ਸਾਨੂੰ ਅਸ ਵਰਸਸ ਯੂ ਕਰ ਦੇਣਗੇ, ਰਾਈਟ। ਜਦੋਂ ਸਾਨੂੰ ਭਾਵੇਂ ਰਿਲੀਜੀਅਨ ਬੇਸ ਤੇ, ਕਮਿਊਨਿਟੀ ਬੇਸ ਤੇ ਵੰਡ ਦੇਣਗੇ, ਉਹ ਉਹਨਾਂ ਦੀ ਸਭ ਤੋਂ ਵੱਡੀ ਸਟਰੈਂਥ ਤੇ ਜਿੱਤ ਹੋਏਗੀ ਜੀ। ਸਾਨੂੰ ਇਸ ਵੇਲੇ ਐਕਟਿਵਲੀ ਆਪਣੇ ਆਪ ਨੂੰ ਇੰਡੀਅਨ ਸਮਝਣਾ ਹੈ, ਆਪਣੇ ਆਪ ਨੂੰ ਪੰਜਾਬੀ ਸਮਝਣਾ। ਅਸੀਂ ਸਾਰੇ ਪੰਜਾਬੀ ਹਾਂ, ਭਾਈਚਾਰੇ ਨੂੰ ਹੋਰ ਵਧਾ ਚੜਾ ਕੇ ਐਗਰੈਸਿਵਲੀ ਦਿਖਾਣਾ ਜੀ। ਪਰ ਅਨਫੋਰਚੂਨੇਟਲੀ ਦੀ some of the political parties in opposition, some of the organizations, ਉਹ somehow ਇਹ ਗੱਲ ਨੂੰ ਸਮਝ ਨਹੀਂ ਪਾ ਰਹੀਆਂ ਨੇ, and they are playing at the hands of our enemies। ਬਿਲਕੁਲ ਸਰ, ਭਾਰਤ ਸਰਕਾਰ ਵੀ ਸਤਰਕ ਹੋਈ ਹੈ ਔਰ ਪੰਜਾਬ ਸਰਕਾਰ ਵੀ ਸਤਰਕ ਹੋਈ ਹੈ ਔਰ ਲੋਕਾਂ ਨੂੰ ਵੀ ਸਤਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਇਹੋ ਜਿਹੀ ਪ੍ਰੋਗਰੈਸਿਵ ਸਟੈਪ ਮੈਂ ਕਹਿੰਦਾ ਕਿ ਚੱਕਿਆ ਪੰਜਾਬ ਸਰਕਾਰ ਨੇ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਐਜੂਕੇਸ਼ਨ ਨੂੰ ਹੋਰ ਚੰਗੇ ਤਰੀਕੇ ਨਾਲ ਉਹਨਾਂ ਨੂੰ ਦੇਣ ਨੂੰ ਇੱਕ ਤਰਜੀਹ ਦਿੱਤੀ ਹੈ ਤੇ ਦੱਸਿਆ ਗਿਆ ਕਿ ਹੁਣ ਐਜੂਕੇਸ਼ਨ ਪੰਜਾਬ ਦੀਆਂ ਜੇਲ੍ਹਾਂ ਨੂੰ ਸੁਧਾਰੂਗੀ, ਉਹ ਸੁਧਾਰ ਕਰ ਅਸਲ 'ਚ ਸੁਧਾਰ ਕਰ ਬਣਨਗੇ। ਦੇਖੋ ਸਾਡੇ ਜਿਹੜੇ ਜੇਲ੍ਹ ਮੰਤਰੀ ਨੇ ਹਰਜੋਤ ਬੈਂਸ ਜੀ, ਮਤਲਬ ਹੀ ਇਜ਼ ਅ ਵੈਰੀ ਪ੍ਰੋਗਰੈਸਿਵ ਪਰਸਨ। ਆਈ ਐਮ ਵੈਰੀ ਇੰਪ੍ਰੈਸਡ ਵਿਦ ਦਿਸ ਨਿਊ ਯੰਗ ਪੋਲੀਟੀਸ਼ੀਅਨ। ਇਨਐਕਸਪੀਰੀਅੰਸ ਨੇ ਬਟ ਹੀ ਇਜ਼ ਵੈਰੀ ਪ੍ਰੋਗਰੈਸਿਵ। ਦੇਖੋ ਜੇਲ੍ਹਾਂ ਸੁਧਾਰ ਕਰਨੇ ਜੀ, ਪੈਨੀਟੈਂਸ਼ਰੀ ਕਿਹਾ ਜਾਂਦਾ US 'ਚ, ਮਤਲਬ ਕਿ ਤੁਹਾਨੂੰ ਜੋ ਤੁਸੀਂ ਪੁਰਾਣੇ ਪਾਪ ਕੀਤੇ ਨੇ ਉਸ ਦੇ ਲਈ ਰਿਪੈਂਟ ਕਰਨਾ ਤੇ ਆਪਣੇ ਆਪ ਨੂੰ ਬੈਟਰ ਕਰਨਾ ਜੀ। ਤੇ ਜੇ ਐਜੂਕੇਸ਼ਨ ਦੋਗੇ ਉਸ ਤੋਂ ਬਾਅਦ ਉਹਨਾਂ ਨੂੰ ਓਪਰਚੁਨਿਟੀ ਦੋਗੇ, ਨਹੀਂ ਤੇ ਅਦਰਵਾਈਜ਼ ਸਾਡੀਆਂ ਜੇਲ੍ਹਾਂ ਹੁੰਦੀਆਂ ਸੀ ਬੇਸਿਕਲੀ ਇੱਕ ਆਫੀਸ਼ੀਅਲੀ ਸਿਕਿਉਰਡ ਪਲੇਸਿਸ ਹੁੰਦੀਆਂ ਸੀ ਟੂ ਰਨ ਯੋਰ ਇਲੀਗਲ ਥਿੰਗਸ ਜੀ। ਬੰਦਾ ਬਾਹਰ ਹੁੰਦਾ ਸੀ, ਉਹਨੂੰ ਭਾਵੇਂ ਡਰਗ ਦੀ ਆਦਤ ਨਾ ਹੋਵੇ, ਅੰਦਰ ਜਾ ਕੇ ਜ਼ਰੂਰ ਪੈ ਜਾਂਦੀ ਸੀ। ਮੈਨੂੰ ਲੱਗਦਾ ਕਿ ਜੇਲ੍ਹਾਂ ਦੇ ਥਰੂ ਕ੍ਰਾਈਮਸ ਬਹੁਤ ਮੈਨੇਜ, ਉਹ ਹਬ ਸਨ ਕ੍ਰਾਈਮ ਦੇ ਜੀ। ਤੇ ਉਹਨਾਂ ਨੇ ਲੱਗਦਾ ਹੈ ਆਇਡੈਂਟੀਫਾਈ ਕਰ ਲਿਆ ਰਾਈਟਲੀ ਕਿ ਜੇ ਅਸੀਂ ਇਹ ਪੰਜਾਬ ਦੇ ਵਿੱਚ ਕ੍ਰਾਈਮ ਨੂੰ, ਗੈਂਗਸਟਰਸ ਨੂੰ, ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਬੈਟਰ ਕਰਨਾ ਹੈ, ਡਰੱਗਸ ਨੂੰ ਖਤਮ ਕਰਨਾ ਹੈ, ਤੇ ਜੇਲ੍ਹਾਂ ਐਪੀਸੈਂਟਰ ਨੇ ਹਰ ਥਾਂ ਤੇ ਇਹ ਸਾਰੀਆਂ ਇਲੀਗਲ ਐਕਟੀਵਿਟੀਜ਼ ਦੀਆਂ, ਜਿੱਥੇ ਇਨ ਕੋਲਿਊਜ਼ਨ ਵਿਦ ਦੀ ਕਰਪਟ ਪੁਲਿਸ ਆਫਿਸਰਸ ਜੀ ਤੇ ਜਿਹੜੇ ਕ੍ਰਿਮੀਨਲ ਨੇ they are together over there, ਉਹ ਕਾਈਂਡ ਆਫ ਹਬਸ ਬਣ ਗਈਆਂ ਸੀ। ਤੇ ਇੱਕ ਬਹੁਤ ਇੰਪੋਰਟੈਂਟ ਇੰਟਰਵੈਂਸ਼ਨ ਕਰਨ ਜਾ ਰਹੇ ਨੇ ਤੇ ਜੇ ਇਹ ਸਕਸੈਸਫੁਲੀ ਇਹ ਕਰਦੇ ਨੇ, ਮੈਨੂੰ ਲੱਗਦਾ ਦੂਜੀਆਂ ਸਟੇਟ ਦੀਆਂ ਪੁਲਿਸ ਨੂੰ ਵੀ, ਕਿਉਂਕਿ ਹਰ ਥਾਂ ਤੇ ਜੇਲ੍ਹਾਂ ਦੇ ਥਰੂ ਆਪਾਂ ਕਈ ਵਾਰੀ ਵੇਖਿਆ ਹੈ ਕਿ ਪੋਲੀਟੀਸ਼ੀਅਨ, ਕ੍ਰਿਮੀਨਲਸ ਤੇ ਪੁਲਿਸ ਦਾ ਜਿਹੜਾ ਨੈਕਸਸ ਹੈ ਉੱਥੋਂ ਮੈਨੇਜ ਹੁੰਦਾ ਹੈ। ਤੇ ਮੈਨੂੰ ਲੱਗਦਾ ਕਿ ਬਹੁਤ ਵਧੀਆ ਮਾਡਲ ਬਣੇਗਾ ਜੇ ਜੇਲ੍ਹਾਂ ਨੂੰ ਅਸੀਂ ਕ੍ਰਾਈਮ ਸੈਂਟਰਸ ਤੇ, ਸਿਰਫ ਇੰਡੀਆ 'ਚ ਨਹੀਂ ਪੂਰੀ ਦੁਨੀਆ 'ਚ, ਤੇ ਜੇ ਪੰਜਾਬ ਇਹ ਐਗਜ਼ਾਮਪਲ ਸੈੱਟ ਕਰ ਪਾਏ ਕਿ ਅਸੀਂ ਕਿਵੇਂ ਜਿਹੜੀਆਂ ਜੇਲ੍ਹਾਂ ਨੇ ਉਹਨਾਂ ਨੂੰ ਇੱਕ ਕ੍ਰਾਈਮ ਦਾ ਨੈਕਸਸ ਦੀ ਜਗ੍ਹਾ ਇੱਕ ਰਿਫਾਰਮ ਦਾ ਸੈਂਟਰ ਬਣਾਈਏ, ਉਹ ਕ੍ਰਾਈਮ ਦੇ ਸੈਂਟਰ ਬਣੇ ਹੋਏ ਨੇ। ਤੇ ਵੀ ਗਿਵ ਆਰ ਬੈਸਟ ਵਿਸ਼ੇਸ ਟੂ ਹਰਜੋਤ ਬੈਂਸ ਜੀ ਐਂਡ ਆਈ ਹੋਪ ਹੀ ਅਚੀਵਸ ਜੋ ਵੀ उन्होंने गोल रखे ने। वी टोटली सपोर्ट इट एंड बड़े प्रोग्रेसिव हैं। सर बीजेपी पे काफ़ी आरोप लगाए जा रहे हैं दिल्ली की आम आदमी पार्टी सरकार द्वारा। मनीष सिसोदिया के घर पर जब से CBI की रेड हुई तब से उन्होंने कहना शुरू कर दिया कि मुझे बीजेपी से ऑफ़र आ रहे हैं और मुझे दिल्ली में CM की सीट ऑफ़र की गई है और साथ ही कई MLAs का भी दावा किया जा रहा है कि उनको 5 करोड़ रुपया ऑफ़र किया जा रहा है बीजेपी में आने के लिए। देखो ये बहुत ही सीरियस आरोप है। आज अभी हम थोड़ी देर पहले भी बात कर रहे थे, इवन आम आदमी पार्टी भी पंजाब में कुछ एक्स पॉलिटिशियंस के ऊपर केसेस कर रहे हैं और वो भी यही कर रहे हैं कि ये पॉलिटिकल वेंडेटा है जी। और ये जो आरोप हैं ये बेसिकली इनकी सिवियरिटी और इसकी सीरियसनेस ये है कि इसके कारण लोगों का हमारे पूरे डेमोक्रेटिक इंस्टीट्यूशन से भरोसा उड़ जाएगा जी। तो इन चीज़ों की निष्पक्ष जांच बहुत ज़रूरी है। जो भी कल्प्रेट पार्टी हैं उनके ऊपर सख्त कार्रवाई होनी चाहिए। अगर आज हमारे देश का यूथ ये देखेगा जी हमारे देश में तो या तो आप पार्टी बदल लो या करप्शन केसेस, अगर इस तरह की पॉलिटिक्स हमारे यहाँ पे होती है जी। और ये जो इल्ज़ाम लगे हैं इनकी गंभीरता मैं शायद समझा भी ना पाऊं कि ये कितने गंभीर हैं, क्योंकि इन इल्ज़ामों के कारण हमारा पूरे अपने डेमोक्रेटिक प्रोसेस पे, हमारे देश के जुडिशियल सिस्टम पे, हमारे देश के फ्यूचर पे, पूरा के पूरे पे एक बहुत बड़ा सवालिया निशान उठता है कि हम किस तरह की, क्या पूरा का पूरा सिस्टम ही करप्ट है जी। जब पूरा का पूरा सिस्टम आप मान लोगे करप्ट है तो आप क्या सोचोगे, यहाँ तो मेरा यहाँ भविष्य नहीं है, यहाँ तो आप यहाँ से जाओगे, यहाँ आप ये सोचोगे मेरे को भी करप्ट बनना पड़ेगा जी। तो हमारा यूथ जब ये खबरें सुनता है तो ये देखता है और वो सोचता है और उनके दिमाग पे इस चीज़ का असर होता है जी। इन चीज़ों पे मेरे को लगता है कि कोर्ट्स को, एजेंसीज को बहुत ही सीरियस कार्रवाई, इंडिपेंडेंट एजेंसीज जो भी हैं उनको इस पे कार्रवाई करनी चाहिए। हमारे सुप्रीम कोर्ट को
आज टाइम है कि सुप्रीम कोर्ट में ये एक एप्लीकेशन डाली जाए कि इनकी निष्पक्ष जांच, ये बहुत ही क्रिटिकल इश्यूज हैं जो हमारी सिविल सोसाइटी है उसको इंश्योर करना चाहिए कि ये जो इल्ज़ाम है ये सच है या झूठ है, या ये अगेन कि अगर आपके ऊपर केस है या अपने आप को बचाने का एक डिस्ट्रैक्शन है, इस सब चीज़ को ध्यान में रखते हुए इसके ऊपर एक जांच की ज़रूरत है, क्योंकि ये बहुत सीरियस मामले हैं जी, और लोगों के सामने सच्चाई आनी बहुत जरूरी है। ये बहुत क्रिटिकल है, वरना हमारे सिस्टम से लोगों का भरोसा उठता चला जाएगा। एक तरफ कुछ एक्टिविटीज हो रही हैं जो हमारे देश को स्ट्रांग और हमारे को अपने फ्यूचर पे और बेटर बिलीव कर रही हैं, पर दूसरी तरफ से ये जो पॉलिटिकल डिस्कशंस हैं, जो हमारे देश के पॉलिटिशियन हैं, वही हमारे साइंटिस्ट की, हमारे डॉक्टर्स की, हमारे एंटरप्रेन्योर्स की, हमारे फौजियों की मेहनत को नेगेटिव कर रहे हैं। वो हमारे स्पोर्ट्समैन हमारे देश का नाम रोशन करते हैं, हमारे साइंटिस्ट ने वैक्सीन बनाई, हमारे देश का नाम रोशन कर रहे हैं। कुछ लोग देश सेवा में लगे हैं, देश की सिक्योरिटी में हम मुंह तोड़ जवाब दे रहे हैं, हमारे साइंटिस्ट टॉप के वेपन्स बना रहे हैं। और दूसरी तरफ ये हमारे पॉलिटिशियन है, वो इस तरह की डिस्कशन कर रहे हैं कि यूथ कंफ्यूज हो जाता है कि इस देश में हो क्या रहा है। तो मेरे को लगता है कि इन सवालों का स्पष्ट जवाब हमारी जनता डिजर्व करती है। बिल्कुल, और लोगों का हौसला बढ़े, ऐसी बातें आनी चाहिए अखबारों में। बिल्कुल। और सर एक बात और आई अखबार में, जो नीतीश कुमार जी हैं, उन्होंने अभी थोड़ा टाइम पहले ही सरकार दोबारा बनाई थी और उन्होंने जॉब एस्पिरेंट्स हैं जो, उनको वादा किया था कि जॉब्स मिलेंगी, पर उनको मिला लाठीचार्ज, और बीजेपी ने उस पर सवाल उठाए हैं। देखो, बीजेपी ने सवाल उठाए हैं। बीजेपी अभी थोड़े दिन पहले तो उसी गवर्नमेंट का पार्ट थी जी, राइट, और एजुकेशन मिनिस्ट्री भी उनके पास थी जी। तो बीजेपी का सवाल उठाना इतना मेरे को लगता है अप्रोप्रिएट नहीं है स्टेज पे। बट एट द सेम टाइम पूरी की पूरी पॉलिटिकल पार्टीज अक्रॉस द कैनवस, और इसमें मैं शायद बीजेपी को थोड़ा सा कम जिम्मेदार मानता हूं। सारी पार्टियां कहते हैं जी हम सरकारी नौकरी देंगे। सरकारों का काम नौकरियां देना नहीं है, सरकारों का काम है ऐसा एनवायरनमेंट क्रिएट करना कि इनफ इकोनॉमिक अपॉर्चुनिटी, एम्प्लॉयमेंट अपॉर्चुनिटीज, बेस्ट एजुकेशन, बेस्ट इंफ्रास्ट्रक्चर, लॉ एंड ऑर्डर, इन्वेस्टमेंट के लिए सही माहौल, ये देना है जी। आप अगर 20 लाख लोगों को सरकारी नौकरी दे देंगे, ऑलरेडी आप उनका बजट देखिए नेगेटिव में है, कैसे देंगे, फिर वो काम क्या करेंगे राइट। हमें बेसिकली मिनिमम गवर्नमेंट, मैक्सिमम गवर्नेंस की जरूरत है जी। तो बिहार, अगर यूपी ने अपने आप को ट्रांसफॉर्म किया है पिछले कुछ टाइम में, जहां पे जो $1 ट्रिलियन इकोनॉमी का टारगेट बना के वहां पे एयरपोर्ट्स, इंफ्रास्ट्रक्चर, लॉ एंड ऑर्डर को इंप्रूव किया है, तो नीतीश कुमार जी तो 8वीं बार चीफ मिनिस्टर बने हैं जी राइट। उनको भी अपने आप को बदलने की जरूरत है। वो वापस जिस तरह के पार्टीज के साथ वो टाइप कर रहे हैं पावर में रहने के लिए, उनका माइंडसेट ही अलग है। उन्होंने किस तरह से राज किया पूरी दुनिया जानती है। आज उनके जो उनकी पार्टनर पार्टी है आरजेडी, उनके जो मुखिया हैं वो कहां पे हैं, वो जेल में हैं, ये सारी दुनिया जानती है। उन पे किस तरह के करप्शन केसेस और क्या उनकी स्टोरीज फेमस थी, वो किस तरह से अपनी स्टेट को चलाते थे, इस जग जाहिर है। तो जब आप पावर में रहने के लिए कुछ भी करोगे तो आपके पास जनता को डंडे देने के अलावा कुछ नहीं होगा जी। आप उनको सिर्फ डंडे दे सकते हो, आप उनको जॉब नहीं दे सकते। बिल्कुल। तो मेरे को ये लगता है कि सबसे पहले तो स्टेट गवर्नमेंट्स को, पॉलिटिशियंस को ये जानना पड़ेगा कि उनका काम सरकारी नौकरी देना नहीं है जी। ये तो रिश्वत है कि हम सरकारी नौकरी देंगे। आपका काम है एम्प्लॉयमेंट अपॉर्चुनिटीज जनरेट करना, जहां पे सरकार में जरूरत है लोग रखो उतने, पर सबको सरकारी नौकरी थोड़ा दोगे। आपके वहां पे कोई इंडस्ट्री नहीं मेजर आ रही, कोई वहां पे आईटी डेवलपमेंट का काम ही नहीं हो रहा राइट, कोई मेजर प्लेयर इन्वेस्ट करने को तैयार नहीं है, कोई मैन्युफैक्चरिंग नहीं आ रही है। तो ये जिम्मेदारी तो आपकी है ना कि आप ऐसा इन्वायरमेंट दो कि सारी टॉप, बिहार के लोग टैलेंटेड हैं, हमारे देश के हर जगह पे लोग टैलेंटेड हैं, वहां पे नेचुरल रिसोर्सेज हैं। तो जब आपने इन्वायरमेंट ऐसा दिया है कि शाम को जो नेताओं के सपोर्टेड बदमाश हैं वो जाके लोगों से उगराही करेंगे, पैसे मांगेंगे, तो कौन इन्वेस्टमेंट, किसी की सेफ्टी नहीं है, किसी का किडनैप। तो बेसिकली सबसे पहले तो आपको एक लॉ एंड ऑर्डर एनवायरनमेंट क्रिएट करके देना है पूरे के पूरे बिहार में, सिर्फ पटना में नहीं, पूरे बिहार में, ताकि हर जगह पे एम्प्लॉयमेंट अपॉर्चुनिटी आए, बच्चों को बेस्ट एजुकेशन मिले। आप अपने क्वालिटी ऑफ एजुकेशन देखिए, बच्चों की कम्युनिकेशन स्किल देखिए, आपको न्यूट्रिशनल एनवायरनमेंट, न्यूट्रिशनल वैल्यू कैसी आप दे पा रहे हैं उन लोगों को। तो ये सारी चीजें करने की जरूरत है। सर, भारत ने यूएन में एक मैसेज दिया है, चाइना को भी मैसेज दिया और भी देशों को, जैसे पाकिस्तान और बाकी जो देश हैं जो हमारे खिलाफ जाने की कोशिश करते हैं, उनको एक मैसेज दिया सिंपल सा कि जो भी टेरिटोरियल इंटीग्रिटी है उसकी रिस्पेक्ट करनी चाहिए। देखो, ये बहुत ही क्रिटिकल और इम्पोर्टेंट चीज़ है। आज जर्नली हमारे अभी थोड़े दिन पहले हमारे जो एक्सटर्नल अफेयर मिनिस्टर, उन्होंने भी एक बड़ी डीप बात कही। हर कोई अपने नेबर से अच्छी बना के रखना चाहता है जी।
और अनफॉर्चुनेटली मैं अगर चाइना की बात करूं, उनके मैंने लास्ट टाइम बताया 13 कंट्रीज के साथ बॉर्डर है और 25 के साथ डिस्प्यूट चल रहे हैं जी। उन्होंने जिसके साथ नहीं भी बॉर्डर है उनसे भी डिस्प्यूट खड़े कर रखे हैं जी। कि भाई ये आइलैंड मेरा है, ये ट्रेड रूट मेरा है, तुम तो हो ही मेरे जी। राइट, इंडिया के साथ नहीं जी, ये तो चाइना का पार्ट है। जो ट्रेडिशनली लोग इंडियन है जी, वो अपने आप को इंडियन मानते हैं और आप ये बोल रहे हो कि चाइना का पार्ट बना दो। तो बेसिकली ये आज की डेट में जो टेरिटोरियल डिस्प्यूट खड़े हो रहे हैं, यहाँ ये जो अग्रेसिवनेस, जो ये सर्टन इररिस्पॉन्सिबल स्टेट्स या कंट्रीज में इनको बोलूंगा, पाकिस्तान को तो आज की डेट में नेशन बोलना ही बेसिकली आप सिंपल बोल सकते हो पाकिस्तान की आर्मी, क्योंकि लोगों की कंट्री के पास आर्मी होती है, यहाँ पे आर्मी के पास एक कंट्री है, पाकिस्तान में तो ये हाल है जी। तो जब इस तरह की इररिस्पॉन्सिबल स्टेट्स आपके नेबरहुड में है तो एक काइंड ऑफ आपका एक आप ये बोल सकते हैं बैड लक है जी। पर हमें स्ट्रांगली अपनी जो टेरिटोरियल इंटीग्रिटी है उसको प्रोटेक्ट करना है जी। और आज हम एक स्ट्रांग मैसेज हर प्लेटफॉर्म पे दे चुके हैं जी। और ग्लोबली जो पूरी दुनिया की कंट्रीज हैं दे अंडरस्टैंड हु इज राइट एंड हु इज रॉन्ग। तो आज जो एक सपोर्ट है, जो डिप्लोमेटिक सपोर्ट इंडिया को मिल रहा है, जो मिलिट्री सपोर्ट, जो एसोसिएशंस जो इंडिया की बन रही हैं, आज हर कंट्री इंडिया को सपोर्ट इसलिए कर रही है बिकॉज मॉरली इंडिया हैज ऑलवेज टेकन द राइट स्टैंड एंड वी हैव एवरी राइट टू प्रोटेक्ट आवर जो टेरिटोरियल इंटीग्रिटी है। और अगर जरूरत पड़ती है, जैसे पाकिस्तान ऑक्युपाइड कश्मीर है या और भी जो रीजन्स हैं जो चाइना ने, तो वी हैव एवरी राइट। और चाइना तो अपने किए हुए जो टर्म्स हैं, जैसे 1993 का समझौता है जिसमें कि बॉर्डर के ऊपर आप आर्म्ड फोर्सेस, हमने एग्री किया था कि कोई भी कंट्री नहीं रखेगी बिकॉज इट बिकम्स वेरी रिस्की एंड दे हैव स्टार्टेड बिल्डिंग लॉट ऑफ इंफ्रास्ट्रक्चर एज वेल एज डिप्लॉइंग लॉट ऑफ ट्रूप्स ऑन द बॉर्डर एरिया। अब इंडिया को भी मजबूरी में रेसिप्रोकेट करना पड़ रहा है बिकॉज वी हैव टू प्रोटेक्ट आवरसेल्फ। तो मेरे को ये लगता है कि ग्लोबली एक जो वेस्टर्न कंट्रीज हैं उनको भी ये समझना चाहिए कि अगर वो ये चाहते हैं कि उनके जो कॉन्फ्लिक्ट हैं वो पूरी दुनिया के लिए इंपॉर्टेंट हो, तो दुनिया के लिए भी जो चीजें हैं वो भी उनके लिए इंपॉर्टेंट हो। तो उनको भी इन देशों पे, इन कंट्रीज पे सैंक्शंस लगानी चाहिए फॉर इम्पैक्टिंग या ट्राइंग टू क्वेश्चन, ट्राइंग टू डिल्यूट द टेरिटोरियल इंटीग्रिटी ऑफ आवर कंट्री। जी सर, दुनिया के डिस्प्यूट्स की बात की हमने और यूएस और साउथ कोरिया भी ड्रिल्स कर रहे हैं सर, क्योंकि नॉर्थ कोरिया और साउथ कोरिया का जो भी इशू चल रहा है उसमें यूएस भी इन्वॉल्व है और खतरा बनता जा रहा है कि अगर ऐसे ही ड्रिल्स चलती रहीं, क्योंकि हर कंट्री के पास न्यूक्लियर वेपन है और पूरी दुनिया के लिए, पूरे संसार के लिए खतरा बन सकता है। देखो इस वक्त आप देखेंगे जो भी ये काइंड ऑफ डिक्टेटोरियल स्टेट्स है, चाइना लगा लीजिए, वो ताइवान के आसपास ड्रिल कर रहा है, राइट, वहाँ पे यूक्रेन और रशिया के बीच में क्राइसिस चल रहे हैं जी, और आप रशिया को भी ट्रूली डेमोक्रेटिक तो बोल नहीं सकते। सिमिलरली नॉर्थ कोरिया के अंदर भी देयर इज अ डिक्टेटर सिटिंग ओवर देयर। अब इन चाइना, नॉर्थ कोरिया और ये इन सब कंट्रीज के लीडर्स के ऊपर प्रेशर है अपने आप को स्ट्रॉन्ग लीडर प्रोटेक्ट करना, और ये पावर में यही बोल के आए हैं कि वी विल मेक यू अ स्ट्रॉन्ग नेशन। मेरे को ये लगता है कि और जब भी इलेक्शन पास होते हैं, जब भी उनकी पावर थोड़ी सी खतरे में होती है, तो दे ट्राई टू क्रिएट सच सिचुएशंस ताकि लोगों का ध्यान जो उनकी वीक पॉलिसीज हैं। अब चाइना में आप देख लीजिए, इकोनॉमिक स्लो डाउन है, बैंक्स बंद हो रहे हैं और चाइना हर रोज कई अरब रुपए के हथियार वेस्ट कर रहा है। इसका मतलब क्लियरली ये है कि उनको पता है कि उनके पास अपनी इकोनॉमी के लिए सही पॉलिसीज नहीं है। पूरी दुनिया में, दुनिया का उन पे से भरोसा उठ गया है। जो सप्लाई चेन पूरी चाइना पे डिपेंडेंट थी, अब वो लोग इंडिया, वियतनाम जैसी अलग कंट्रीज में भी अपने सेंटर्स और फैक्ट्रीज बनाने जा रहे हैं। और चाइना को के जो प्रेसिडेंट है उनको अपना तीसरा इलेक्शन लड़ना है। सिमिलरली जो नॉर्थ कोरिया के जो है प्रेसिडेंट, ही इज अ डिक्टेटर, प्रेसिडेंट क्या डिक्टेटर जो है, ही गॉट द रूल बिकॉज ही वाज सन ऑफ द प्रीवियस डिक्टेटर। तो अब एक रिस्क है साउथ कोरिया की पूरी इकोनॉमी पे। तो मेरे को ये लगता है कि उनको अपने बचाव के लिए, जो अभी तक वो सिर्फ यूएस पे डिपेंडेंट थे, अब यूक्रेन में सब कंट्रीज ने ये भी देख लिया कि अब पूरी तरह, हालांकि उनके साथ मिलकर ट्रेनिंग कर रहे हैं। जापान ने अपने हथियार बनाने शुरू कर दिए, अपनी फोर्सेस, अपने वेपन्स डेवलप करने शुरू कर दिए, फाइटर जेट्स। साउथ कोरिया ने भी अपने ही फाइटर जेट्स बनाने शुरू कर दिए, क्योंकि इससे पहले ये यूएस पे डिपेंडेंट थे। पर यूक्रेन में उन्होंने देख लिया कि यूएस एंड में शायद आपका साथ ना दे। बिल्कुल। ताइवान की भी यही सिचुएशन है, ताइवान ने भी अपनी वेपन डेवलपमेंट शुरू कर दी है। तो आज ये कंट्री समझ चुकी हैं कि दे हैव टू इंश्योर their safety and security to continue on the path of prosperity. Japan is a prosperous country, South Korea is a
प्रॉस्पेरस कंट्री, ताइवान इज अ प्रॉस्पेरस कंट्री। तो आज इनकी पूरी प्रॉस्पेरिटी पे रिस्क है। अगर आप सेफ और सिक्योर ही नहीं हो तो इकोनॉमिक प्रॉस्पेरिटी भी चली जाती है जी। इंडिया को भी इसीलिए स्ट्रांग होने की जरूरत है, क्योंकि जो हमारी इकोनॉमिक डेवलपमेंट है ये तभी सस्टेनेबल है अगर हमारे बॉर्डर सिक्योर है। कोई भी देश अगर हम कमजोर हैं तो हमारी प्रोग्रेस को कहीं पे भी फुल स्टॉप लगा सकता है हमारे ऊपर अटैक करके जी। तो इट मीन्स दैट ऑल द कंट्रीज हु वांट टू प्रोग्रेस एंड बी अपने देश के लोगों को एक शांति का माहौल देना चाहते हैं, तो शांति शक्ति से आती है। ये हमारे गीता में भी लिखा हुआ है कि अगर देश में शांति लानी है तो हर किसी को एम्पावर करने की जरूरत है, शक्तिशाली बनाने की जरूरत है। शुक्रिया सर इनसाइट्स के लिए। इस तरह की मीनिंगफुल इनसाइट्स और करंट अफेयर्स की जानकारी के लिए देखते रहिए इनसाइट्स विद विशाल सूद।